किसान भाई नमस्कार, स्वागत है आपका। जिस प्रकार से आप जानते हो कि हमारे जो वीडियो बनाने का मकसद रहता है कि किसी भी किसान साथी जो अपने फील्ड में नए तजुर्बे, नई चीज़ें जो अपनी एक मुहिम को लेकर चला हुआ है, चाहे वह जैविक खेती की हो या अपने पानी बचाने की हो या आपकी सेहत बचाने की हो, उसी के वीडियो हम उसको सम्मान देने के रूप में और दूसरे किसान साथियों को मोटिवेट करने के पर्पज़ से हम वीडियो बनाए जाते हैं। और इसका हमारा यही मकसद रहता है कि वो जानकारी ज़्यादा से ज़्यादा किसान साथियों को पहुँचे। तो कुछ किसान साथी अलग अलग मुहिम में लगे हुए हैं। हमारे एक किसान हैं बलवंत जी, जो हरियाणा के गढ़ी निजीर गांव से हैं। वो एक अलग ही मुहिम में लगे हैं अपनी विरासत को बचाने में। किसान साथियों, आप जैसे जानते हो कि हमारे पूर्वज थे, वो विभिन्न प्रकार के अनाजों का मिश्रण करके रोटियां, खीर बना के, लड्डू बना के अपने आहार में लेते थे, और जिसको हम संपूर्ण आहार कहते थे। इसी को आगे बढ़ाते हैं बलवंत जी अपने खेतों में सामक, चीना, मक्का, बाजरा, बाजरी, कुटकी, जवार, हरी कंगनी, रागी की खेती कर रहे हैं। किसान साथियों, जो हमारे आज का जो मुख्य वीडियो का रहेगा अंश, वो रहेगा हमारी रागी के बारे में। किस प्रकार से हम रागी की खेती कर सकते हैं। जो नए किसान हैं वो रागी के बारे में जानते भी नहीं होंगे, पौधा भी उन्हें नहीं शायद देखा होगा। इसके अगला वीडियो हम जो बनाएंगे वो अलग प्रकार के जो सामक है, चीना है, मक्का, बाजरे, किस प्रकार के फ़ायदे हैं और कैसे उनकी खेती किए जाएंगे। अधिक जानकारी के लिए हम बात करते हैं बलवंत जी से। किसान साथियों, सत श्री अकाल। मैं बलवंत सिंह, पिंड गढ़ी नज़ीर, तहसील गूला, ਜ਼ਿਲ੍ਹਾ कैथल। ये जो तुसी देख रहे हो ये रागी ਦਾ खेत है। ये मोटे अनाज, इन्हों मोटे अनाज कहा जाता है, पर इन्हों ਦਾ दाना बहुत ज़्यादा बरीक होंदा है। 5 तरह की मिलट होंदी है: रागी, स्वांक, कोदरा, कंगणी, हरी कंगणी, कुटकी, जो बहुत ही सेहतवर्धक ने। ਜਿਹੜੇ ਅਸੀਂ खेत 'ਚ खड़े हाँ, ये रागी है। ਇਹਦਾ ਜਿਹੜਾ ਇਹਨੂੰ ਆਟਾ ਬਣਾ ਕੇ ਖਾਇਆ ਜਾ ਸਕਦਾ। ਇਹਦਾ ਆਟੇ ਦੇ ਬਹੁਤ ਕੁਛ ਇਹਦੇ ਪਕਵਾਨ ਬਣਦੇ ਨੇ। ਅਸੀਂ ਹਲਵਾ ਬਣਾ ਸਕਦੇ ਹਾਂ, ਆਟੇ ਦੀ ਰੋਟੀ ਬਣਾ ਸਕਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ ਇਹਦੀਆਂ, ਜਿਸ ਤਰ੍ਹਾਂ ਕਣਕ ਦੇ ਆਟੇ ਦੇ ਬਣਦੀਆਂ ਨੇ। ਪਰ ਕਣਕ ਨਾਲੋਂ ਰਾਗੀ ਦੇ ਵਿੱਚ ਬਹੁਤ ਜ਼ਿਆਦਾ ਗੁਣ ਨੇ। ਇਹਦੇ ਵਿੱਚ ਆਇਰਨ ਕੰਟੈਂਟ ਬਹੁਤ ਜ਼ਿਆਦਾ ਹੈ। ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਇਹਦੇ ਵਿੱਚ ਬਹੁਤ ਜ਼ਿਆਦਾ ਹੈ। ਇਹ ਖਾਸ ਕਰਕੇ ਜਿਹੜੇ ਸ਼ੂਗਰ ਦੇ ਰੋਗੀ ਨੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ। ਪ੍ਰੈਕਟੀਕਲੀ ਇਹ ਦੇਖਣ 'ਚ ਆਇਆ ਕਿ ਜਿਹੜੇ ਸ਼ੂਗਰ ਦੇ ਰੋਗੀਆਂ ਦੀ ਸ਼ੂਗਰ ਘਟਦੀ ਨਹੀਂ ਸੀ, ਦਵਾਈਆਂ ਨਾਲ ਵੀ ਨਹੀਂ ਘਟਦੀ ਸੀ, ਪਰਹੇਜ਼ ਰੱਖ ਕੇ ਵੀ ਘਟਦੀ ਨਹੀਂ ਸੀ, ਪਰ ਜਦੋਂ ਉਹਨਾਂ ਨੇ ਰਾਗੀ ਦਾ ਆਟਾ ਖਾਧਾ, ਰਾਗੀ ਨੂੰ ਵਰਤਿਆ, ਤਾਂ ਉਹਨਾਂ ਦੀ ਸ਼ੂਗਰ 'ਤੇ ਕਮੀ ਆਈ। ਬਹੁਤ ਜਲਦੀ ਕਮੀ ਉਹਨਾਂ ਦੀ ਸ਼ੂਗਰ ਦੇ ਵਿੱਚ ਆਈ, ਯਾਨੀ ਕਿ ਉਹਨਾਂ ਦੀ ਜਿਹੜੀ ਸ਼ੂਗਰ ਹੈ ਬਹੁਤ ਲੋਅਰ ਲੈਵਲ 'ਤੇ ਆ ਗਈ। ਇਹ ਜਿਹੜੀ ਰਾਗੀ ਹੈ ਜਾਂ ਜੋ ਹੋਰ ਮਿਲਟ ਮੈਂ ਇੱਥੇ ਲਗਾਏ ਨੇ, ਇਹ ਖੇਤੀ ਵਿਰਾਸਤ ਮਿਸ਼ਨ ਜੈਤੋਂ ਦੀ ਅਗਵਾਈ 'ਚ ਲਗਾਏ ਨੇ। ਮੈਂ ਉਸ ਖੇਤੀ ਵਿਰਾਸਤ ਮਿਸ਼ਨ ਨਾਲ 6 ਸਾਲਾਂ ਤੋਂ ਜੁੜਿਆ ਹੋਇਆ। ਸਾਡੇ ਨਿਰਦੇਸ਼ਕ ਮਹਿੰਦਰ ਦੱਤ ਜੀ ਨੇ, ਅਤੇ ਬਹੁਤ ਹੀ ਵਧੀਆ ਸਾਡੇ ਪੰਜਾਬ ਦੇ ਵਿੱਚ ਇਹਨਾਂ ਮਿਲਟਸ ਦੇ ਉੱਤੇ ਕੰਮ ਹੋਇਆ। ਅਤੇ ਆਪਾਂ ਦੇਖਦੇ ਹਾਂ ਇਹ ਰਾਗੀ ਹੈ ਅਤੇ ਇਹ ਸਵਾਂਕ ਹੈ। ਇਹਨੂੰ ਸਵਾਂਕ ਕਹਿੰਦੇ ਨੇ, ਸਾਮਾ ਵੀ ਕਹਿੰਦੇ ਨੇ, ਬਾਰਨਯਾਰਡ ਮਿਲਟ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ। ਇਹਦੇ ਬਹੁਤ ਜ਼ਿਆਦਾ ਬਰੀਕ ਦਾਣੇ ਨੇ। ਇਹ ਵੀ ਮੋਟੇ ਅਨਾਜਾਂ 'ਚ ਆਉਂਦਾ, ਪਰ ਇਹਦੇ ਆਪਾਂ ਜਦੋਂ ਇਹਦੇ ਛਿਲਕਾ ਲਾਇਆ ਜਾਂਦਾ ਹੈ ਵਿਸ਼ੇਸ਼ ਮਸ਼ੀਨਾਂ ਨਾਲ, ਇਹਦੇ ਆਪਾਂ ਚੌਲ ਬਣਾ ਕੇ ਖਾ ਸਕਦੇ ਹਾਂ, ਇਹਦਾ ਦਲੀਆ ਬਣਾ ਸਕਦੇ ਹਾਂ, ਇਹਦੀ ਆਪਾਂ ਖਿਚੜੀ ਬਣਾ ਸਕਦੇ ਹਾਂ, ਇਹਦੀ ਆਪਾਂ ਖੀਰ ਵੀ ਬਣਾ ਸਕਦੇ ਹਾਂ, ਅਤੇ ਇਹਦੇ ਚੌਲਾਂ ਨੂੰ ਪੀਹ ਕੇ ਆਪਾਂ ਇਹਦੀ ਰੋਟੀ ਬਣਾ ਸਕਦੇ ਹਾਂ ਬਾਕੀ ਮਿਲਟਸ ਦੇ ਨਾਲ। ਮਿਲਟਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਕੈਂਸਰ ਤੱਕ ਵੀ ਠੀਕ ਕਰਦੀ ਹੈ। ਡਾਕਟਰ ਖਾਦਰ ਵਲੀ ਜੀ ਨੇ, ਜੋ ਮੈਸੂਰ ਦੇ ਵਿੱਚ ਨੇ, ਬਹੁਤ ਵੱਡਾ ਉਹਨਾਂ ਦਾ ਜੋ ਇਸਰੋ ਦੇ ਵਿਗਿਆਨੀ ਸੀਗੇ ਅਮਰੀਕਾ ਦੇ ਵਿੱਚ, ਉਹਨਾਂ ਦਾ ਇਹਦੇ ਉੱਤੇ ਬਹੁਤ ਜ਼ਿਆਦਾ ਕੰਮ ਹੈ। ਅਤੇ ਉਹ ਵਿਸ਼ੇਸ਼ ਪੈਕੇਜ ਦਿੰਦੇ ਨੇ ਵੀ ਇਸ ਤਰ੍ਹਾਂ ਇਹਨਾਂ ਨੂੰ ਖਾਣਾ, ਕਿਸ ਤਰ੍ਹਾਂ ਖਾਣਾ ਹੈ। ਅਤੇ ਇਹਨਾਂ ਦਾ ਸਾਡੇ ਜਿਹੜੇ ਭਾਰਤੀ ਖਾਣਿਆਂ ਦੇ ਵਿੱਚ, ਜੋ ਸਾਡੇ ਪੁਰਾਣੇ ਖਾਣੇ ਸੀ, ਉਹਨਾਂ ਦੇ ਵਿੱਚ ਵਿਸ਼ੇਸ਼ ਸਥਾਨ ਸੀ, ਪਰ ਕਿਸੇ ਕਾਰਨ ਕਰਕੇ ਅਸੀਂ ਇਹਨਾਂ ਤੋਂ ਦੂਰ ਹੁੰਦੇ ਗਏ। ਕਣਕ ਚੌਲ ਹੀ ਖਾਂਦੇ ਰਹੇ ਜਾਂ ਹੋਰ ਆਪਾਂ ਜੰਕ ਫੂਡ ਖਾਂਦੇ ਸੀਗੇ, ਤਾਂ ਕਰਕੇ ਬਿਮਾਰੀਆਂ ਵੱਧ ਗਈਆਂ। ਪਰ ਹੁਣ ਦਿਨੋਂ ਦਿਨ ਇਸ ਚੀਜ਼ ਦਾ ਪ੍ਰਚਾਰ ਹੁੰਦਾ ਜਾ ਰਿਹਾ। ਲੋਕ ਮੁੜ ਆਪਣੀ ਭਾਰਤੀ ਵਿਰਾਸਤ ਨਾਲ ਜੁੜ ਰਹੇ ਨੇ। ਇਹ ਸਾਡੇ ਮੂਲ ਸਾਡੇ ਅਨਾਜ ਨੇ। ਮੈਂ ਇਸ ਵੀਡੀਓ ਰਾਹੀਂ ਆਪ ਸਾਰੇ ਦੋਸਤਾਂ ਨੂੰ, ਖਾਸ ਕਰਕੇ ਕਿਸਾਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਘੱਟੋ ਘੱਟ ਆਪਣੇ ਖਾਣ ਵਾਸਤੇ ਇਹ ਜ਼ਰੂਰ ਇਹ ਲਗਾਉਣ। ਇਹਨਾਂ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਜੀ ਕਿ ਇਹਨਾਂ 'ਚ ਪਾਣੀ ਦੀ ਬਿਲਕੁਲ ਲੋੜ ਨਹੀਂ ਪੈਂਦੀ। ਇਹਨਾਂ ਦੀ ਪੌਦ ਤਿਆਰ ਕੀਤੀ ਜਾਂਦੀ ਹੈ। ਜਿਸ ਦਿਨ ਪੌਦ ਲਗਾਉਣੀ ਹੈ ਉਸ ਦਿਨ ਪਾਣੀ ਦੇਣਾ। ਉਸ ਤੋਂ ਬਾਅਦ ਤੁਸੀਂ ਬਿਲਕੁਲ ਵੀ ਪਾਣੀ ਨਹੀਂ ਦੇਣਾ। ਜਿੱਦਣ ਨਸਾਰੇ ਦੀ ਫਸਲ ਆਊਗੀ ਫਿਰ ਪਾਣੀ ਦੇਣਾ, ਥੋੜ੍ਹਾ ਹਲਕਾ ਪਾਣੀ ਦੇਣਾ, ਬਿਲਕੁਲ ਹਲਕਾ ਪਾਣੀ। ਪਾਣੀ ਦੀ ਲੋੜ ਹੀ ਨਹੀਂ ਇਹਨੂੰ, ਬਿਨਾਂ ਪਾਣੀ ਤੋਂ ਹੋਣ ਵਾਲੀ ਇਹ ਹੈ। ਜਦ ਕਿ ਅੱਜ ਪਾਣੀ ਦਾ ਕ੍ਰਾਈਸਿਸ ਬਹੁਤ ਜ਼ਿਆਦਾ ਹੈ।
ਪਾਣੀ ਸਾਡਾ ਹਰਿਆਣੇ ਪੰਜਾਬ ਦੇ ਵਿੱਚ ਦਿਨੋਂ ਦਿਨ ਇਹਦਾ ਸਤਰ ਨੀਚੇ ਹੁੰਦਾ ਜਾ ਰਿਹਾ ਹੈ ਤੇ ਇਸ ਪਾਣੀ ਦੇ ਸੰਕਟ ਨੂੰ ਘਟਾਉਣ ਵਾਸਤੇ ਵੀ ਇਹ ਸਾਡੇ ਲਈ ਬਹੁਤ ਲਾਹੇਵੰਦ ਨੇ ਤੇ ਬਿਮਾਰੀਆਂ ਨੂੰ ਘਟਾਉਣ ਵਾਸਤੇ ਵੀ ਸਾਡੇ ਲਈ ਬਹੁਤ ਲਾਹੇਵੰਦ ਹੋ ਸਕਦੀਆਂ ਨੇ।